ਸਾਥੀਓ, ਸਤਿ ਸ਼੍ਰੀ ਅਕਾਲ। ਅੱਜ ਦੀ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ 12ਵੀਂ ਜਮਾਤ ਦੇ 27ਵੇਂ ਪਾਠ ਨਾਲ ਸੰਬੰਧਿਤ ਜਿਹੜੇ ਚੈਪਟਰ ਹੈਗਾ ਭਾਰਤ ਦਾ ਸੰਸਾਰ ਦੇ ਵੱਖ-ਵੱਖ ਦ੍ਰਿਸ਼ਟੀਕੋਣ ਜਿਹੜੇ ਮੁੱਦੇ ਨੇ ਉਹਨਾਂ ਪ੍ਰਤੀ ਭਾਰਤ ਦਾ ਕੀ ਦ੍ਰਿਸ਼ਟੀਕੋਣ ਆ, ਭਾਰਤ ਕੀ ਸੋਚਦਾ ਉਸ ਦੇ ਬਾਰੇ। ਅੱਗੇ ਆਪਾਂ ਚੱਲਦੇ ਰਹੇ ਜੀ। ਅਜੋਕੇ ਯੁੱਗ ਸੰਸਾਰ ਦੇ ਸਾਹਮਣੇ ਦਰਪੇਸ਼ ਮਸਲੇ ਨੇਗੇ, ਜਿਨ੍ਹਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਗੱਲ ਹੋਵੇ ਰਾਜੀ, ਨਿਸ਼ਸਤਰੀਕਰਨ ਦੀ ਗੱਲ ਹੋਵੇ, ਨਿੱਜੀਕਰਨ ਦੀ ਗੱਲ ਹੋਵੇ, ਉਸ ਤੋਂ ਅੱਗੇ ਵਿਸ਼ਵੀਕਰਨ ਦੀ ਗੱਲ ਹੋਵੇ। ਠੀਕ ਹੈ ਜੀ। ਉਸ ਤੋਂ ਅੱਗੇ ਉਦਾਰੀਕਰਨ ਹੋਵੇ, ਚਾਹੇ ਨਵੀਆਂ ਅੰਤਰਰਾਸ਼ਟਰੀ ਅਰਥ ਵਿਵਸਥਾ ਹੋਵੇ। ਇਹ ਮੁੱਦੇ ਨੇ ਰਾਜੀ ਵਿਸ਼ਵ ਦੇ ਸਾਹਮਣੇ। ਭਾਰਤ ਇਹਨਾਂ ਬਾਰੇ ਕੀ ਸੋਚਦਾ ਗਾ, ਉਹ ਆਪਾਂ ਇਹਦੇ ਬਾਰੇ ਚਰਚਾ ਕਰਾਂਗੇ। ਮਨੁੱਖੀ ਅਧਿਕਾਰ ਨੇ ਜੀ। ਮਨੁੱਖੀ ਅਧਿਕਾਰਾਂ ਦੀ ਵਿਸ਼ਵ ਵਿਆਪੀ ਘੋਸ਼ਣਾ ਸੰਯੁਕਤ ਰਾਸ਼ਟਰ ਦੁਆਰਾ 10 ਦਸੰਬਰ 1948 ਨੂੰ ਹੋਈ। ਠੀਕ ਹੈ ਜੀ। 10 ਦਸੰਬਰ ਨੂੰ ਜਿਹੜਾ ਵਰਲਡ ਹਿਊਮਨ ਰਾਈਟ ਡੇ ਉਹ ਜਿਹੜਾ ਮਨਾਇਆ ਜਾਂਦਾ ਹੈ। ਉਸ ਤੋਂ ਅੱਗੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੇ ਸੰਯੁਕਤ ਰਾਸ਼ਟਰ ਨੇ ਚਾਰਟ ਗ੍ਰਹਿਣ ਕੀਤੇ ਰਹੇ ਅਧਿਕਾਰਾਂ ਦਾ ਚਾਰਟ ਆ ਲਾਗੂ ਕਰਨ ਲਈ ਵਚਨਬੱਧਤਾ, ਦਸਤਖਤ ਕਰਨ ਵਾਲੇ ਮੈਂਬਰ ਦੇਸ਼ਾਂ ਲਈ ਅਧਿਕਾਰਾਂ ਦਾ ਚਾਰਟ ਲਾਗੂ ਕਰਨਾ ਜ਼ਰੂਰੀ ਹੈਗਾ। ਚਾਰਟ ਦੀਆਂ ਨੇ ਮੁੱਖ ਕਿਸਮਾਂ ਦੇ ਵਿੱਚ ਰਾਜਨੀਤਿਕ ਅਧਿਕਾਰ ਨੇਗੇ, ਆਰਥਿਕ ਅਧਿਕਾਰ, ਸਮਾਜਿਕ ਅਧਿਕਾਰ, ਕਾਨੂੰਨੀ ਅਧਿਕਾਰ ਜਿਹੜੇ ਉਹ ਆਦਿ। ਉਸ ਤੋਂ ਅੱਗੇ ਐਮਨੈਸਟੀ ਇੰਟਰਨੈਸ਼ਨਲ ਇੱਕ ਅੰਤਰਰਾਸ਼ਟਰੀ ਗੈਰ ਸਰਕਾਰੀ ਸੰਸਥਾ ਹੈ ਜੋ ਵੱਖ-ਵੱਖ ਦੇਸ਼ਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਵੇਖਦੀ ਹੈ। ਕਿਸੇ ਦੇਸ਼ ਵਿੱਚ ਜਿਹੜਾ ਉਹ ਮਨੁੱਖੀ ਅਧਿਕਾਰਾਂ ਦੀ ਜਿਹੜੀ ਉਲੰਘਣਾ ਤਾਂ ਨਹੀਂ ਹੋ ਰਹੀ, ਉਹ ਉਸ ਨੂੰ ਦੇਖਣ ਦਾ ਜਿਹੜਾ ਕੰਮ ਆ ਉਹ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਉਹ ਸੰਸਥਾ ਇਹ ਸਾਰੇ ਦੇਸ਼ਾਂ ਵਿੱਚ ਉਹ ਦੇਖਦੀ ਹੈ। ਉਸ ਤੋਂ ਅੱਗੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਸਥਾਪਨਾ 1993 ਵਿੱਚ ਇੱਕ ਵਿਸ਼ੇਸ਼ ਕਾਨੂੰਨ ਰਾਹੀਂ ਕੀਤੀ ਗਈ। ਰਚਨਾ, ਚੇਅਰਮੈਨ ਅਤੇ 4 ਨਿਯਮਿਤ ਮੈਂਬਰ। ਮੁੱਖ ਕੰਮ, ਮੁੱਖ ਕਾਰਜ, ਮਨੁੱਖੀ ਅਧਿਕਾਰਾਂ ਦੀ ਸਥਿਤੀ ਨੂੰ ਦੇਖਣਾ, ਮਨੁੱਖੀ ਅਧਿਕਾਰਾਂ ਦੀ ਸ਼ਿਕਾਇਤ ਦੀ ਜਾਂਚ ਪੜਤਾਲ ਕਰਨਾ, ਸਰਕਾਰੀ ਸੰਸਥਾਵਾਂ ਅਤੇ ਅਧਿਕਾਰੀਆਂ ਦੁਆਰਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਜਾਂਚ, ਆਗਿਆ ਲੈ ਕੇ ਮਨੁੱਖੀ ਅਧਿਕਾਰਾਂ ਸੰਬੰਧੀ ਅਦਾਲਤਾਂ ਦੇ ਮੁਕੱਦਮਿਆਂ ਵਿੱਚ ਸ਼ਾਮਲ ਹੋਣਾ। ਉਸ ਤੋਂ ਅੱਗੇ ਹੈਗਾ ਜਿਹੜਾ ਮਹੱਤਵਪੂਰਨ ਹੈਗਾ ਉਹ ਨਿਸ਼ਸਤਰੀਕਰਨ, ਹਥਿਆਰਾਂ ਦੀ ਵਰਤੋਂ ਨਾ ਕਰਨਾ। ਨਿਸ਼ਸਤਰੀਕਰਨ ਤੋਂ ਭਾਵ ਹੈ ਅਜੋਕੇ ਸਮੇਂ ਮਾਰੂ ਨਿਊਕਲੀਅਰ ਅਤੇ ਰਸਾਇਣਕ ਹਥਿਆਰਾਂ ਨੂੰ ਘੱਟ ਕਰਨਾ ਜਾਂ ਖਤਮ ਕਰਨਾ। ਨਿਸ਼ਸਤਰੀਕਰਨ ਦੇ ਰਾਹ ਵਿੱਚ ਰੁਕਾਵਟਾਂ, ਨਿਸ਼ਸਤਰੀਕਰਨ ਜਿਹੜਾ ਉਹਦੇ ਰਾਹ ਵਿੱਚ ਰੁਕਾਵਟਾਂ ਨੇ ਜੀ, ਜਿਵੇਂ ਆਪਾਂ ਜਿਹੜੀਆਂ ਪਿਕਚਰ ਦੇਖ ਰਹੇ ਹੈਗੇ, ਮਾਰੂ ਹਥਿਆਰ ਨੇ, ਜਾਂ ਜਿਹੜੀ ਆਪਾਂ ਉੱਪਰ ਪਿਕਚਰ ਦੇਖ ਰਹੇ ਹੈਗੇ ਜਿਹੜੇ ਨਿਊਕਲੀ ਹਥਿਆਰ ਨੇਗੇ ਉਹ ਮਾਰੂ ਨੇਗੇ, ਜਿਹਦੇ ਵਿੱਚ ਜੀ NPT ਐਂਡ CTBT
ਜਿਹਦੀ ਫੁੱਲ ਫੋਰਮ ਦੇ ਵਿੱਚ ਇੰਡੀਅਨ ਨਿਊਕਲੀਅਰ ਪ੍ਰੋਗਰਾਮ ਵੀ ਨੇ। ਐਕਸਪੈਰੀਮੈਂਟਲਸ 1974 ਐਂਡ 98। ਨਿਊਕਲੀਅਰ ਵਾਰ ਪੁਆਇੰਟ ਅਗਸਤ 1945 ਵਿੱਚ ਪਹਿਲੀ ਵਾਰ ਜਾਪਾਨ ਅਤੇ ਪਰਮਾਣੂ ਹਥਿਆਰਾਂ ਦੀ ਵਰਤੋਂ ਹੋਈ। ਰੇਂਜ ਆਫ weapons began after ਸੈਕੰਡ ਵਰਲਡ ਵਾਰ। ਰਸਾਇਣਕ ਅਤੇ ਨਿਊਕਲੀਅਰ ਹਥਿਆਰ NPT CT BT MAD ਇਹ ਜਿਹੜੇ ਨਿਊਕਲੀਅਰ ਹਥਿਆਰ ਜਿਹੜੇ ਵਰਤੇ ਗਏ। ਉਸ ਤੋਂ ਅੱਗੇ LPG ਪਾਲਿਸੀਜ਼ ਇਕਨੋਮਿਕਸ ਰਿਫਾਰਮ ਆਫਟਰ 1991 ਇਨ ਇੰਡੀਆ। LPG ਦਾ ਜਿਹੜਾ ਮਤਲਬ ਹੈ ਜੀ ਉਹ ਲਿਬਰਲਾਈਜੇਸ਼ਨ, ਪ੍ਰਾਈਵੇਟੇਸ਼ਨ, ਗਲੋਬਲਾਈਜੇਸ਼ਨ। ਠੀਕ ਹੈ, ਇਹ ਦੇਖੋ ਇਹਦਾ ਲੋਗੋ ਦੇ ਤੁਸੀਂ ਬਣਿਆ ਦੇਖੋਗੇ ਆਹ ਜਿਹੜਾ ਬਣਿਆ ਹੋਇਆ LPG ਦੀ ਪਾਲਿਸੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇਹ ਬਣਾਈ ਸੀ। ਪ੍ਰਾਈਵੇਟੇਸ਼ਨ ਨਿੱਜੀਕਰਨ ਦਾ ਭਾਵ ਹੈ ਸਾਰਵਜਨਿਕ ਖੇਤਰ ਦੇ ਮੁਕਾਬਲੇ ਨਿੱਜੀ ਖੇਤਰ ਨੂੰ ਪਹਿਲ ਦੇਣਾ। ਨਿੱਜੀ ਅਦਾਰਿਆਂ ਮਾਲਕੀਅਤ ਉਦਯੋਗਾਂ ਨੂੰ ਬੜਾਵਾ ਦੇਣਾ। ਸਾਰਵਜਨਿਕ ਸਹੂਲਤਾਂ ਦਾ ਨਿੱਜੀਕਰਨ। ਸਿਹਤ, ਸਿੱਖਿਆ, ਪਾਣੀ, ਬਿਜਲੀ, ਰੇਲਵੇ, ਬੈਂਕਾਂ ਆਦਿ ਦਾ ਨਿੱਜੀਕਰਨ। PP ਥਿਊਰੀ FDI LPG ਪਾਲਿਸੀਜ਼। ਉਦੋਂ ਅੱਗੇ ਗਲੋਬਲਾਈਜੇਸ਼ਨ ਵਿਸ਼ਵੀਕਰਨ ਪ੍ਰਕਿਰਿਆ ਹੈ ਜਿਸ ਵਿੱਚ ਸ਼ਾਮਲ ਹੈ ਵਿਸ਼ਵ ਦੇ ਦੇਸ਼, ਸਰਕਾਰਾਂ, ਲੋਕ ਅਤੇ ਕੰਪਨੀਆਂ ਵਿਚਕਾਰ ਏਕਤਾ ਅਤੇ ਅੰਤਰ ਕਿਰਿਆ। ਪੂੰਜੀਵਾਦ ਦਾ ਫੈਲਾਅ। ਮੁਕਤ ਵਪਾਰ ਅਤੇ ਖੁੱਲ੍ਹਾ ਬਾਜ਼ਾਰ। ਟੈਕਨੋਲੋਜੀ ਐਂਡ ਇਨਫੋਰਮੇਸ਼ਨ ਦਾ ਆਦਾਨ ਪ੍ਰਦਾਨ। MNC ਐਂਡ TNC ਦਾ ਨਿਊ ਕਲੋਨਲਿਜ਼ਮ। ਟੂਰਿਜ਼ਮ ਐਂਡ ਕਲਚਰ ਐਸਪੈਕਟ। ਇੰਡੀਪੈਂਡੈਂਸ ਬਿਟਵੀਨ ਕੰਟਰੀਜ਼। ਵਰਲਡ ਐਜ ਏ ਗਲੋਬ ਵਿਲੇਜ। ਜਿਹੜਾ ਸੰਸਾਰ ਹੈ ਜੀ ਉਹ ਇੱਕ ਪਿੰਡ ਦੀ ਤਰ੍ਹਾਂ ਹੋ ਜਿਹੜਾ ਆਪਾਂ ਨੂੰ ਉਹ ਲੱਗਦਾ ਗਾ। ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ UNO ਦੀ ਸਥਾਪਨਾ ਹੈ ਜੀ ਉਹ 24 ਅਕਤੂਬਰ 1949 ਨੂੰ ਹੋਈ ਸੀ। ਇਹਦੇ ਕੁੱਲ ਮੈਂਬਰ ਜਿਹੜੇ ਉਹ 193। ਮੌਲਿਕ ਮੈਂਬਰ ਹੈ ਜਿਹੜੇ ਮੂਲ ਮੈਂਬਰ ਸੀ ਜੀ ਉਹ 100 ਇਕੱਲੇ ਜਿਹੜੇ ਉਹ 51 ਸੀ। ਇਹਦਾ ਹੈੱਡ ਆਫ ਨਿਊਯਾਰਕ ਜਿਹੜਾ ਯੂਨਾਈਟਿਡ ਸਟੇਟ ਆ ਜਿਹੜਾ ਜੀ UNO ਆ ਉਹਦਾ ਹੈੱਡ ਆਫਿਸ ਜਿਹੜਾ ਉਹ ਨਿਊਯਾਰਕ ਦੇ ਵਿੱਚ ਹੈਗਾ। ਇਸ ਦੇ ਅੰਗ ਨੇਗੇ ਇਹਦੇ ਅੰਗ ਨੇ ਰਾਜੇ ਜਿਸ ਦੇ ਵਿੱਚ ਮਹਾਂਸਭਾ ਜਿਹੜੀ ਮਹਾਂਸਭਾ ਇਹਨੂੰ ਸੰਸਦ ਦੇ ਕਿਹਾ ਜਾਂਦਾ ਗਾ। UNO ਦੀ ਜਿਹੜੀ ਸੰਸਦ ਮੰਨਿਆ ਜਾਂਦਾ ਮਹਾਂਸਭਾ ਨੂੰ। ਸੁਰੱਖਿਆ ਪਰਿਸ਼ਦ, ਸਮਾਜਿਕ ਆਰਥਿਕ ਪਰਿਸ਼ਦ, ਟਰੱਸਟੀਸ਼ਿਪ, ਅੰਤਰਰਾਸ਼ਟਰੀ ਅਦਾਲਤ ਅਤੇ ਸਕੱਤਰੇਤ। ਜਿਹੜੀ ਅੰਤਰਰਾਸ਼ਟਰੀ ਅਦਾਲਤ ਹੈ ਜੀ ਉਹ ਹਾਲੈਂਡ ਦੇ ਵਿੱਚ ਜਿਹੜੀ ਉਹ ਇਹਦੀ ਅਦਾਲਤ ਆ ਗਈ ਉਹ ਹੇਗ ਦੇ ਵਿੱਚ ਆ ਗਈ। ਹੇਗ
ਅੰਤਰਰਾਸ਼ਟਰੀ ਅਦਾਲਤ ਹੈ ਜਿਹੜੀ। ਉਸ ਤੋਂ ਅੱਗੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ WTO is an intergovernmental international organization। ਸਥਾਪਨਾ 1 ਜਨਵਰੀ 1995। ਇਸ ਦੇ ਜਿਹੜੇ ਮੈਂਬਰ ਦੇਸ਼ ਨੇ ਉਹ 134। ਇਨ ਰੀਪਲੇਸਮੈਂਟ ਆਫ GATT। ਮੁੱਖ ਕਾਰਜ ਜਿਹੜਾ ਉਹ ਇਸ ਦਾ ਟੂ ਇੰਪਲੀਮੈਂਟ ਐਂਡ ਐਡਮਿਨਿਸਟ੍ਰੇਸ਼ਨ ਇੰਟਰਨੈਸ਼ਨਲ ਟ੍ਰੇਡ ਐਗਰੀਮੈਂਟ as a broad forum for countries and negotiation and dispute settlement। ਉਸ ਤੋਂ ਅੱਗੇ ਰਾਜ ਦੇ ਫੀਡਬੈਕ ਦੇ ਜ਼ਰੀਏ ਜਿਹੜੇ ਉਹ ਪ੍ਰਸ਼ਨ ਨੇ ਕੁਝ ਤੁਸੀਂ ਉਹ ਲੱਭ ਲਿਓ, ਇਹਨਾਂ ਨੂੰ ਲੱਭੋ ਕਿਤਾਬ ਦੇ ਉੱਪਰੋਂ। ਮਨੁੱਖੀ ਅਧਿਕਾਰਾਂ ਦੀ ਸਰਵ ਵਿਆਪੀ ਘੋਸ਼ਣਾ ਕਦੋਂ ਹੋਈ? ਸੰਯੁਕਤ ਰਾਸ਼ਟਰ ਦੇ ਮੌਲਿਕ ਮੈਂਬਰ ਕਿੰਨੇ ਨੇ? 51। ਨਿਸ਼ਸਤਰੀਕਰਨ ਦਾ ਕੀ ਅਰਥ ਹੈ? ਜਿਹੜੇ ਮਾਰੂ ਹਥਿਆਰ ਹੈ ਉਹਨਾਂ ਦੀ ਵਰਤੋਂ ਨਾ ਕਰਨਾ। ਪੋਖਰਨ ਪ੍ਰੀਖਣ ਕਦੋਂ ਹੋਇਆ? ਜਿਹੜਾ ਜੀ ਇਹ ਭਾਰਤ ਦੇ ਵਿੱਚ ਜਿਹੜਾ ਉਹ ਪੋਖਰਨ ਪ੍ਰੀਖਣ ਹੋਇਆ ਸੀਗਾ। ਵਿਸ਼ਵੀਕਰਨ ਕੀ ਹੈ? ਵਿਸ਼ਵੀਕਰਨ ਕਿਸ ਨੂੰ ਕਹਿੰਦੇ ਨੇਗੇ? ਇਹ ਨਿਸ਼ਸਤਰੀਕਰਨ ਦੇ ਰਾਹ ਵਿੱਚ ਕੀ ਰੁਕਾਵਟਾਂ ਹਨ? WTO ਦੀ ਸਥਾਪਨਾ ਕਦੋਂ ਹੋਈ? ਨਿੱਜੀਕਰਨ ਵਿੱਚ ਕੀ ਕੁਝ ਸ਼ਾਮਲ ਹੈ? NHRC ਦੀ ਸਥਾਪਨਾ ਕਦੋਂ ਹੋਈ? ਇਹ ਰਾਜੇ ਸੀਗਾ ਆਪਣਾ ਅੰਤਰਰਾਸ਼ਟਰੀ ਮੁੱਦਿਆਂ ਪ੍ਰਤੀ ਜਿਹੜੇ ਭਾਰਤ ਦਾ ਕੀ ਦ੍ਰਿਸ਼ਟੀਕੋਣ ਹੈਗਾ। ਇਸ ਨੂੰ ਧਿਆਨ ਨਾਲ ਸੁਣ ਲਿਓ, ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ। ਅਤੇ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।